दरअसल ये 3 खेती कानून अंबानी ਅਤੇ अडानी ਨੂੰ मुनाफा देने के लिए लियाते गए है और यही असल सच है। 90% आबादी ਨੂੰ नज़रअंदाज करके जिहदे च किसान, मजदूर ते छोटे व्यापारी आउंदे हैं। अगे जाण तो पहला मैं तुहानूं 2 केस दसदा कि ਉਹ ਕਿਵੇਂ ਕਾਰਪੋਰੇਟ ਏਕਾਧਿਕਾਰ ਮੋਨੋਪੋਲੀ ਬਣਾਉਣ ਦੇ ਲਈ ਕਾਨੂੰਨ ਅਤੇ ਨੀਤੀਆਂ ਨੂੰ ਮਰੋੜ ਕੇ ਵੱਧ ਤੋਂ ਵੱਧ ਮੁਨਾਫਾ ਅੰਬਾਨੀ ਤੇ ਅਡਾਨੀ ਨੂੰ ਦਿੱਤਾ ਜਾਂਦਾ ਹੈ। ਨੰਬਰ 1, ਹਿਮਾਚਲ ਪ੍ਰਦੇਸ਼ ਦਾ 5000 ਕਰੋੜ ਦਾ ਐਪਲ ਬਾਜ਼ਾਰ। ਵੱਡਾ ਮਗਰਮੱਛ ਅਡਾਨੀ ਐਗਰੀ ਫਰੈਸ਼ ਸ਼ੁਰੂ ਦੇ ਵਿੱਚ ਕਿਸਾਨਾਂ ਨੂੰ APMC ਮੰਡੀ ਨਾਲੋਂ ਵੱਧ ਰੇਟ ਦੇ ਆਕਰਸ਼ਣ ਦੇ ਕੇ ਆਪਣੇ ਵੱਲ ਲੁਭਾਉਂਦਾ ਸੀ। ਖਰੀਦ ਦੇ ਵਿੱਚ ਜ਼ਿਆਦਾ ਰੇਟ ਦੇ ਕੇ ਕਿਸਾਨ ਉਹਦੇ ਵੱਲ ਆਕਰਸ਼ਿਤ ਹੋਏ ਤੇ ਕੁਝ ਹੀ ਅਰਸੇ ਬਾਅਦ ਜਦੋਂ ਛੋਟੇ ਵਪਾਰੀ ਮਰ ਗਏ ਤੇ ਅਡਾਨੀ ਸਾਹਿਬ ਨੇ 12 ਤੋਂ 72 ਰੁਪਏ ਰੇਟ ਸਿੱਟਾ ਮੋਨੋਪੋਲੀ ਬਣਾ ਕੇ ਤੇ ਉਹੀ ਅੱਗੇ 250 ਰੁਪਏ ਤੋਂ ਵੱਧ ਪ੍ਰਤੀ ਕਿਲੋ ਦੀ ਦਰ ਦੇ ਨਾਲ ਵੇਚਿਆ। ਕਿਸਾਨਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤੇ ਬਿਨਾ ਅਡਾਨੀ ਸਮੂਹ ਮਨਮਰਜ਼ੀ ਆਰਬਿਟਰੇਰੀ ਤਰੀਕੇ ਦੇ ਨਾਲ ਸੇਬ ਦੀ ਕੀਮਤ ਨਿਰਧਾਰਿਤ ਕਰਦਾ ਹੈ, ਜਦਕਿ APMC ਦੇ ਵਿੱਚ ਸਾਡੀਆਂ ਜਿਹੜੀਆਂ APMC ਦੀਆਂ ਮੰਡੀਆਂ ਦੇ ਵਿੱਚ ਅੱਜ ਵੀ ਕਿਸਾਨ ਨੂੰ 90 ਤੋਂ 125 ਰੁਪਏ ਪ੍ਰਤੀ ਕਿਲੋ ਪ੍ਰਾਪਤ ਹੁੰਦੇ ਨੇ। ਅਡਾਨੀ ਸਮੂਹ ਨੂੰ ਮੋਦੀ ਸਰਕਾਰ ਵੱਲੋਂ ਨਿਯੰਤਰਿਤ ਮਾਹੌਲ CA ਵਿੱਚ ਕੋਲਡ ਸਟੋਰਾਂ ਸਬਸਿਡੀ ਦਰਾਂ ਦੇ ਸਥਾਪਿਤ ਕਰਨ ਦੇ ਲਈ ਜ਼ਮੀਨ ਸਸਤੀ ਦਿੱਤੀ ਗਈ ਅਤੇ ਸਰਕਾਰ ਵੱਲੋਂ 75% ਸਬਸਿਡੀ ਪ੍ਰਾਪਤ ਕਰਨ ਲਈ ਨੀਤੀ ਨੂੰ ਹੀ ਤੋੜ ਮੋੜ ਦਿੱਤਾ ਗਿਆ। ਬਾਕੀ 25% ਬੈਂਕਾਂ ਤੋਂ ਲੈ ਕੇ ਬਿਨਾਂ ਕੁਝ ਖਰਚੇ ਅਡਾਨੀ ਸੇਬਾਂ ਦੀ ਮਾਰਕੀਟ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਰਿਹਾ ਹੈ ਔਰ ਹਰ ਨੀਤੀ ਇਹਨਾਂ ਦੇ ਮੁਨਾਫੇ ਦੇ ਲਈ ਬਣਾਈ ਜਾਂਦੀ ਹੈ। ਨੰਬਰ 2, ਸਰੋਂ ਦਾ ਤੇਲ। ਜਿਨ੍ਹਾਂ ਨਿਯਮਾਂ ਦੀ ਸਿਫਾਰਿਸ਼ FSSAI ਨੇ ਕੀਤੀ ਹੈ ਉਹਨਾਂ ਵਿੱਚ ਸ਼ਾਮਿਲ ਹੈ ਕਿ ਬਹੁ ਸਰੋਤ ਖਾਣ ਵਾਲੇ ਤੇਲ ਨੂੰ ਖੁੱਲਾ ਨਾ ਵੇਚਿਆ ਜਾਏ। ਇਹ ਨਿਰਦੇਸ਼ ਜਾਰੀ ਕੀਤੇ ਗਏ। ਪਹਿਲਾਂ ਤੁਸੀਂ ਦੇਖਿਆ ਹੋਣਾ ਕਿਸਾਨ ਵੀਰ ਖੁੱਲਾ ਸਰੋਂ ਦਾ ਤੇਲ ਵੇਚਦੇ ਵੀ ਸੀ, ਕਢਾਉਂਦੇ ਵੀ ਸੀ, ਘਰ ਨੂੰ ਵੀ ਲਿਜਾਂਦੇ ਸੀ। ਸਿਰਫ AG ਮਾਰਕ ਦੇ ਅਧੀਨ ਵਿਕਰੀ ਹੋਵੇਗੀ, ਇਹ ਨਿਰਦੇਸ਼ ਜਾਰੀ ਕੀਤਾ। ਪਿਛਲੇ ਸਾਲ ਸਰੋਂ ਦੇ ਤੇਲ ਦੀ ਮੰਗ ਅਤੇ ਸਪਲਾਈ ਇੱਕ ਸਮਾਨ ਸੀ। ਸਪਲਾਈ ਵੀ ਉਨੀ ਸੀ ਤੇ ਡਿਮਾਂਡ ਵੀ ਉਨੀ ਸੀ, ਇਹਦੇ 'ਚ ਕੋਈ ਫਰਕ ਨਹੀਂ ਪਿਆ। ਫਿਰ ਵੀ ਸਰੋਂ ਦੇ ਤੇਲ ਦੀ ਕੀਮਤ 174% ਵਧੀ ਇੱਕ ਸਾਲ ਦੇ ਵਿੱਚ। ਮੂੰਗਫਲੀ ਦੇ ਤੇਲ ਦੀ ਕੀਮਤ 180% ਵਧੀ ਇੱਕ ਸਾਲ ਦੇ ਵਿੱਚ। ਖੇਤੀ ਖੇਤਰ ਵਿੱਚ ਅੰਬਾਨੀ ਤੇ ਅਡਾਨੀ ਦਾ ਮੋਨੋਪੋਲੀ ਕਾਇਮ ਕਰਨ ਦੇ ਲਈ 3 ਖੇਤੀ ਕਾਨੂੰਨ ਲਿਆਂਦੇ। ਇਹਨਾਂ ਖੇਤੀ ਕਾਨੂੰਨਾਂ ਨੂੰ ਸਮਝਣ ਦੇ ਲਈ ਸਾਨੂੰ 2014 ਵਿੱਚ ਵਾਪਸ ਜਾਣਾ ਪਵੇਗਾ। ਅਗਸਤ 2014 ਸ਼ਾਂਤਾ ਕੁਮਾਰ ਦੀ ਕਮੇਟੀ ਦੀ ਮੀਟਿੰਗ ਕੀ ਰეკਮੈਂਡ ਕਰਦੀ ਹੈ? 4 ਰეკਮੈਂਡੇਸ਼ਨ। ਪਹਿਲਾ, ਪ੍ਰਾਈਵੇਟ ਖਿਡਾਰੀਆਂ ਨੂੰ ਖੇਤੀ ਉਤਪਾਦਨ ਦੀ ਖਰੀਦ ਪ੍ਰਕਿਰਿਆ ਦੇ ਵਿੱਚ ਲਿਆਉਣ ਲਈ FCI ਸਾਰੇ ਖਰੀਦ ਕਾਰਜ ਛੱਡੇ। 2, ਜੇ ਰਾਜ ਸਰਕਾਰ ਦੁਆਰਾ MSP ਦੇ ਉੱਤੇ ਕੋਈ ਬੋਨਸ ਦਿੱਤਾ ਜਾਂਦਾ ਹੈ ਤਾਂ ਕੇਂਦਰ ਸਰਕਾਰ ਕੇਂਦਰੀ ਪੂਲ ਹੇਠਾਂ ਉਸ ਦਾ ਅਨਾਜ ਸਵੀਕਾਰ ਨਹੀਂ ਕਰੇਗੀ। ਇਹ ਬਲੈਕਮੇਲ ਸੀ। ਤੀਜਾ, FCI ਨੂੰ ਸਟੋਰ ਕਰਨ ਦਾ ਕੰਮ ਨਿੱਜੀ ਖਿਡਾਰੀਆਂ ਯਾਨੀ ਅਡਾਨੀ ਨੂੰ ਆਊਟਸੋਰਸ ਕਰਨਾ ਚਾਹੀਦਾ ਹੈ, ਰਿਕਮੈਂਡੇਸ਼ਨ ਹੈ। ਚੌਥੀ, ਕਮੇਟੀ ਸੁਝਾਅ ਦਿੰਦੀ ਹੈ ਕਿ ਕੇਂਦਰ ਨੂੰ PDS ਸਿਸਟਮ ਦੇ ਅਧੀਨ ਜਿਹੜਾ 67% ਗਰੀਬ ਸਬਸਿਡਾਈਜ਼ ਰੇਟ ਦੇ ਉੱਤੇ ਫੂਡ ਸਿਕਿਉਰਿਟੀ ਦੇ ਤਹਿਤ ਖਾਣਾ ਅੰਨ ਪਾਣੀ ਲੈਂਦਾ ਸੀ, ਉਹਦੀ ਆਬਾਦੀ ਨੂੰ ਮੁੜ ਵਿਚਾਰ ਕੇ 40% ਘਟਾ ਕੇ 27% ਲੋਕਾਂ ਨੂੰ ਗਰੀਬੀ ਰੇਖਾ ਵਾਲਿਆਂ ਨੂੰ ਇਹ ਜਿਹੜਾ PDS ਮਿਲਦਾ ਹੈ ਇਹ ਬੰਦ ਕੀਤਾ ਜਾਵੇ। ਇਹਦਾ ਨਾ ਕੋਈ ਆંકੜਾ ਹੈ, ਨਾ ਕੋਈ ਰਿਕਾਰਡ ਹੈ ਤੇ ਨਾ ਕੋਈ ਫਿਗਰਸ ਨੇ ਜਿਸ ਤਹਿਤ ਇਹ ਪਤਾ ਲੱਗੇ ਕਿ ਕੌਣ ਅਮੀਰ ਹੈ ਤੇ ਕੌਣ ਗਰੀਬ ਹੈ। ਇਹਦਾ ਕੋਈ ਰਿਕਾਰਡ। ਨੰਬਰ 5, ਇਹਨਾਂ ਸਿਫਾਰਿਸ਼ਾਂ ਨੂੰ ਪੜ੍ਹੋ ਅਤੇ ਇਸ ਦੀ ਤੁਲਨਾ ਮੌਜੂਦਾ ਖੇਤੀ ਕਾਨੂੰਨਾਂ ਅਤੇ FCI ਦੀ ਹਾਲਤ ਦੇ ਨਾਲ ਕਰੋ।
ਇਹਨਾਂ ਸਿਫਾਰਿਸ਼ਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਭਾਗ 1 ਤੋਂ 3 ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਨਿਯੰਤਰਣ ਕਰਨ ਲਈ ਸਟੋਰੇਜ, ਪ੍ਰੋਕਿਉਰਮੈਂਟ ਅਤੇ ਪ੍ਰਬੰਧਨ, ਭੰਡਾਰਨ, ਖਰੀਦ ਅਤੇ ਲੌਜਿਸਟਿਕਸ ਦੇ ਨਾਲ ਸੰਬੰਧਿਤ ਹੈ। ਭਾਗ B ਚੌਥੀ ਸਿਫਾਰਿਸ਼ ਰਿਟੇਲ ਬਾਜ਼ਾਰ ਦੇ ਨਿਯੰਤਰਣ ਦੇ ਨਾਲ ਸੰਬੰਧਿਤ ਹੈ ਕਿ ਪ੍ਰਚੂਨ ਦੇ ਵਿੱਚ ਜਿੱਥੇ ਜਿੱਥੇ ਸਮਾਨ ਵਿਕਦਾ ਹੈ ਉਹਦੇ ਨਾਲ ਸੰਬੰਧਿਤ ਹੈ। ਇਸ ਖੇਤਰ ਵਿੱਚ ਅੰਬਾਨੀ ਅਤੇ ਅਡਾਨੀ ਦੀ ਮੋਨੋਪੋਲੀ ਏਕਾਧਿਕਾਰ ਸਥਾਪਿਤ ਕਰਨ ਲਈ ਸਰਕਾਰ ਨੇ ਜਾਣਬੁੱਝ ਕੇ ਯੋਜਨਾਬੱਧ ਤਰੀਕੇ ਦੇ ਨਾਲ FCI ਨੂੰ ਤਬਾਹ ਕਰਨਾ ਸ਼ੁਰੂ ਕੀਤਾ। FCI ਦੀ ਆਪਣੀ ਕੋਈ ਆਮਦਨ ਨਹੀਂ ਅਤੇ ਉਹ ਕੇਂਦਰ ਸਰਕਾਰ ਤੇ ਪੂਰੀ ਤਰ੍ਹਾਂ ਨਿਰਭਰ ਹੈ। ਸਰਕਾਰ ਨੇ 2015 ਤੋਂ 19 ਦੇ ਸ਼ਾਸਨ ਦੌਰਾਨ ਬਜਟ ਵਿੱਚ ਭੋਜਨ ਸਬਸਿਡੀ, ਫੂਡ ਸਿਕਿਉਰਿਟੀ ਲਈ ਲੋੜੀਂਦਾ ਫੰਡ ਨਹੀਂ ਦਿੱਤਾ, ਜਿਸ ਕਾਰਨ FCI ਨੂੰ ਵੱਧ ਵਿਆਜ ਦਰਾਂ ਉੱਤੇ ਹੋਰ ਸਰੋਤਾਂ ਤੋਂ ਕਰਜ਼ਾ ਲੈਣ ਲਈ ਮਜਬੂਰ ਹੋਣਾ ਪਿਆ। ਨਤੀਜਾ ਮੋਦੀ ਸਰਕਾਰ ਦੇ ਪਿਛਲੇ 5 ਸਾਲਾਂ ਦੌਰਾਨ FCI ਦਾ ਕਰਜ਼ਾ 3 ਗੁਣਾ ਹੋ ਗਿਆ। 1965 ਤੋਂ ਵੀਰੋ 2014 ਤੱਕ, 1965 ਤੋਂ 2014 ਮਤਲਬ 50 ਸਾਲਾਂ ਦੇ ਵਿੱਚ ਕਰਜ਼ਾ FCI ਦੇ ਉੱਤੇ 91,000 ਕਰੋੜ ਸੀ ਤੇ ਮੋਦੀ ਸਰਕਾਰ ਦੇ 5 ਸਾਲਾਂ ਦੌਰਾਨ ਇਹ 4 ਲੱਖ ਕਰੋੜ ਰੁਪਈਆ ਹੋ ਗਿਆ। ਇਥੋਂ ਮਨਸ਼ਾ ਸਾਫ਼ ਦਿਖਦੀ ਹੈ ਕਿ FCI ਨੂੰ ਮਾਰਨ ਦੇ ਲਈ ਇੱਕ ਜਾਣਬੁੱਝ ਕੇ ਡੈਲੀਬਰੇਟ ਮੈਕੈਨਿਜ਼ਮ ਬਣਾਇਆ ਗਿਆ। FCI 4 ਕੰਮ ਕਰਦੀ ਹੈ: ਖਰੀਦ, ਭੰਡਾਰ ਅਤੇ ਜਨਤਕ ਵੰਡ ਪ੍ਰਣਾਲੀ PDS ਦਾ ਪ੍ਰਬੰਧ। ਅਡਾਨੀ ਦੀ ਬੰਦਰਗਾਹ 2 ਕਾਰੋਬਾਰ ਉੱਤੇ ਮੋਨੋਪੋਲੀ ਏਕਾਧਿਕਾਰ ਹੈ। ਉਹ ਰੇਲਵੇ ਰੈਕ ਅਤੇ ਅਨੇਕਾਂ ਸਾਈਲੋਆਂ ਦਾ ਮਾਲਕ ਹੈ। ਜੇਕਰ FCI ਢਹਿ ਜਾਂਦਾ ਹੈ ਤਾਂ ਸਟੋਰੇਜ, ਖਰੀਦ ਅਤੇ ਲੌਜਿਸਟਿਕ ਮਤਲਬ ਪ੍ਰਬੰਧਨ ਅਡਾਨੀ ਦੇ ਕੋਲ ਚਲਾ ਜਾਵੇਗਾ। ਰਿਟੇਲ ਅੰਬਾਨੀ ਨੂੰ ਚਲਾ ਜਾਵੇਗਾ। ਪਬਲਿਕ ਸੈਕਟਰ ਖਤਮ ਤੇ ਸਾਰਾ ਮੁਨਾਫਾ ਅਡਾਨੀ ਔਰ ਅੰਬਾਨੀ ਦੇ ਪ੍ਰਾਈਵੇਟ ਸੈਕਟਰ ਦੀ ਜੇਬ ਦੇ ਵਿੱਚ। ਅਡਾਨੀ ਦਾ ਖੇਤੀ ਕਾਰੋਬਾਰ ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਦੇ ਨਾਲ ਜੁੜਿਆ ਹੋਇਆ ਹੈ, ਜਿਸ ਦਾ ਲਿੰਕ ਪੋਰਟ ਅਤੇ ਟਰਾਂਸਪੋਰਟ ਨੈਟਵਰਕ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੰਪੰਨ ਹੈ। ਅੰਤ FCI ਢਹਿ ਜਾਵੇਗੀ ਕਿਉਂਕਿ ਉਹਦੇ ਕੋਲ ਅਦਾਇਗੀ ਕਰਨ ਦਾ ਕੋਈ ਸਮਰੱਥਾ ਨਹੀਂ ਹੈ। ਹੁਣ ਗੱਲ ਕਰੀਏ ਅੰਬਾਨੀ ਦੀ। 2018 ਚ 100% ਪ੍ਰਚੂਨ ਦੀ ਰਿਟੇਲ ਦੀ ਖੁੱਲ੍ਹ ਮਿਲੀ। ਅੰਤਰਰਾਸ਼ਟਰੀ ਪੱਧਰ ਤੇ ਫੰਡ ਵਧਾਉਣ ਦੀ ਮਿਲੀ ਭੁਗਤ ਸੀ। 2019 ਦੇ ਵਿੱਚ ਈ-ਕਮਰਸ ਨੀਤੀ ਦੇ ਵਿੱਚ ਬਦਲਾਵ, ਸਾਰੇ ਬਾਜ਼ਾਰ ਉੱਤੇ ਕਬਜ਼ਾ ਹੋਣ ਦੇ ਲਈ, ਤੇ 2020 ਦੇ ਵਿੱਚ ਖੇਤੀ ਕਾਨੂੰਨ ਮੋਨੋਪੋਲੀ ਬਣਾਉਣ ਦੇ ਲਈ ਅੰਬਾਨੀ। FDI ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ, ਵਿਦੇਸ਼ੀ ਲੋਕ ਜਿਹੜੇ ਇਨਵੈਸਟਮੈਂਟ ਕਰ ਸਕਦੇ, ਪਹਿਲਾਂ ਪ੍ਰਚੂਨ ਵਿੱਚ ਸਿਰਫ 49% ਦੀ ਆਗਿਆ ਸੀ, ਜਿਸ ਵਿੱਚ 30% ਸਮਾਨ ਸਥਾਨਕ ਪੱਧਰ ਦੇ ਉੱਤੇ ਖਰੀਦਣਾ ਇਹ ਲਾਜ਼ਮੀ ਸ਼ਰਤ ਸੀ ਤਾਂ ਕਿ ਛੋਟੇ ਵਪਾਰੀ ਆਪਣੀ ਦੁਕਾਨਦਾਰੀ ਪ੍ਰਚੂਨ ਦੀ ਕਰਦੇ ਰਹਿਣ। ਹੁਣ ਸਥਾਨਕ ਤੌਰ ਤੇ ਜਦੋਂ ਹੀ BJP ਦੀ ਸਰਕਾਰ ਆਈ, ਸਥਾਨਕ ਤੌਰ ਦੇ ਉੱਤੇ ਸਮਾਨ ਖਰੀਦਣ ਦੇ ਲਈ ਕੋਈ ਲਾਜ਼ਮੀ ਸ਼ਰਤ ਨਹੀਂ ਅਤੇ FDI ਵਿੱਚ 100% ਇਜਾਜ਼ਤ ਦਿੱਤੀ ਗਈ ਰਿਟੇਲ ਸੈਕਟਰ ਦੇ ਵਿੱਚ। ਇਹਦਾ ਮਤਲਬ ਸੀ ਕਿ ਜਿੰਨੀਆਂ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਛੋਟੀਆਂ ਨੂੰ ਨਿਗਲਣ ਦੀ ਪੂਰੀ ਤਰ੍ਹਾਂ ਲੀਗਲ ਇਜਾਜ਼ਤ ਹੈ। ਛੋਟੀਆਂ ਨੂੰ ਮਾਰੋ, ਛੋਟੇ ਵਪਾਰੀ ਨੂੰ ਮਾਰੋ ਔਰ ਵੱਡੇ ਇੱਕਾ ਦੁੱਕਾ ਸਥਾਪਿਤ ਕਰੋ। ਦੇਸ਼ ਦੀ ਈ-ਕਾਮਰਸ ਨੀਤੀ ਦੇ ਨਿਰਮਾਤਾ ਅੰਬਾਨੀ ਸਾਹਿਬ ਨੇ। ਨੀਤੀ ਇਸ ਤਰੀਕੇ ਦੇ ਨਾਲ ਡਰਾਫਟ ਕੀਤੀ ਗਈ ਹੈ ਕਿ ਸਭ ਤੋਂ ਵੱਡੇ ਪਲੇਅਰ ਜਿਹੜੇ ਸੀਗੇ ਫੇਸਬੁੱਕ, WhatsApp, ਉਹਨਾਂ ਨੇ 44,000 ਕਰੋੜ ਰੁਪਈਆ ਅੰਬਾਨੀ ਸਾਹਿਬ ਦੀ ਰਿਟੇਲ ਦੇ ਵਿੱਚ ਇਨਵੈਸਟ ਕਰ ਦਿੱਤਾ। ਇਹਦਾ ਪੂਰਾ ਪ੍ਰਮਾਣ ਹੈ ਕਿ ਭਾਈ ਸਾਰੀਆਂ ਨੀਤੀਆਂ ਇਸ ਤਰੀਕੇ ਨਾਲ ਘੜ ਕੇ ਸਾਰੀ ਵਾਗਡੋਰ, ਸਾਰਾ ਪ੍ਰਬੰਧਨ ਜਿਹੜਾ ਆਨਲਾਈਨ ਖਰੀਦਦਾ ਹੈ ਉਹ ਅੰਬਾਨੀ ਸਾਹਿਬ ਨੂੰ ਦਿੱਤਾ ਗਿਆ। ਜਦੋਂ ਤੁਸੀਂ ਫੇਸਬੁੱਕ, WhatsApp ਤੇ ਅੰਬਾਨੀ ਦਾ ਸ਼ੇਅਰ, ਮਾਰਕੀਟ ਸ਼ੇਅਰ ਲਾਓਗੇ ਆਨਲਾਈਨ ਟ੍ਰੇਡਿੰਗ ਦੇ ਵਿੱਚ, ਜਿਹੜਾ ਕਿ ਫਿਊਚਰ ਹੈ ਕਿਉਂਕਿ ਖਰੀਦਦਾਰੀ ਹੁਣ ਆਨਲਾਈਨ ਹੀ ਹੁੰਦੀ ਹੈ, ਉਹ 110 ਕਰੋੜ ਲੋਕਾਂ ਨੂੰ ਇਨਫਲੂਐਂਸ ਕਰਦਾ ਹੈ। ਇਹਦਾ ਮਤਲਬ 90% ਦੇਸ਼ ਦੀ ਆਨਲਾਈਨ ਮਾਰਕੀਟ ਦੇ ਉੱਤੇ ਮੁਕੇਸ਼ ਅੰਬਾਨੀ ਦਾ
कब्जा निश्चित करता सरकार। हुण आइए अकाली दल की भूमिका के उत्ते, जड़े मगरमच्छ दे आंसू बहा रहे हैं। जदों ये ऑर्ਡੀਨੈਂਸ आए तो 1 महीने बाद 2020 ਦੇ ਵਿੱਚ जुलाई च ऑल पार्टी मीटिंग चंडीगढ़ ਦੇ ਵਿੱਚ हुई तो सरदार सुखबीर सिंह बादल ने मोदी सरकार का पूरी तरह पक्ष पूरिया टका के प्रशंसा की और ਉਹਦੇ ਵਿੱਚ किसान यूनियन भी सी और हर पार्टी मौजूद सी। जदों रेजोल्यूशन पिया सेंटर की सरकार के खिलाफ तो इन्हें अपने आप को विड्रॉ किया। ये तुहानूं याद कराउणा चाहुंदा, 3 खेतीबाड़ी कानून सुखबीर सिंह बादल ने सीनियर लीडरशिप समेत प्रैस कानफ्रेंसां कीतियां अते खुलेआम खेती कानूनों की प्रशंसा की। 3 सितंबर 2020 ਨੂੰ प्रकाश सिंह बादल ने मोदी सरकार के पक्ष के विच अपना वीडियो अपलोड किया, जनतक है कोई भी देख लवे। तो फिर खेती कानून 7 सितंबर 2020 हरसिमरत बादल ने सोशल मीडिया ते अपना वीडियो अपलोड किया और खेती कानूनों की डट के प्रशंसा की। ये 3 सितंबर को 7 सितंबर को कर रही है तो 17 सितंबर को हरसिमरत बादल अस्तीफा दिंदी है। वो अस्तीफा मजबूरी दे विच लोकां दे डर तो दिता गया, वो कोई स्वै इच्छा दे नाल दिता गया अस्तीफा नहीं सी। क्योंकि जदों ऑर्ਡੀਨੈਂਸ होए उस तो 6 महीने तक तो तुसीं तरीफां ही करते रहे हो इन्हां दियां, ते बाद दे विच जदों देखिया भी लोग हुण बाहर नहीं निकलण दिंदे ते मजबूरी दे विच तुसीं अस्तीफा दिता। मैं इस तो भी अगे जावां, हरसिमरत बादल ने 3 थावां दे उत्ते दस्तखत कीते है जड़े कि आम लोकां नूं मैं अवगत कराउणा चाहुंदा। समर्थन दे विच इन्हां 3 खेती कानूनों के पहली बार फूड प्रोसैसिंग मंत्री वजों बिल के खरड़े के उत्ते हरसिमरत बादल ने साइन किए। दूजी बार कैबिनेट के विच जदों ऑर्ਡੀਨੈਂਸ आया उदों साइन किए। तीजी बार कैबिनेट में जदों बिल बन के सामने आया उदों साइन किए। जे वो खेती कानूनों के विरोध ही करती सी तां वो असहमति नोट क्यों नहीं छापिया, वो डिसेंट नोट अज क्यों जनतक नहीं करते। ये सवाल ने जिहड़े पंजाबियों के सामने ने और पंजाबियों नूं इन्हां दे उत्तर चंगी तरह पता। आम आदमी पार्टी की गल 1 दिसंबर 2020 नूं केजरीवाल सरकार ने दिल्ली विच प्राइवेट मंडी APMC नूं रद्द करके प्राइवेट मंडी स्थापित करन दे लई मोदी सरकार दे खेती कानूनां विचों एक नूं नोटिफाई किया। जबकि किसान दिल्ली दीआं बरूहां दे उत्ते अंदोलन कर रहे सी, उदों बाद ड्रामा किया, सैशन बुला के बिल पाड़ते। पर की वो जिहड़ा कानून नोटिफाई किया सीगा प्राइवेट मंडियां वाला की वो डी नोटिफाई होया? जे डी नोटिफाई किया तो फिर मैं मानू ये ड्रामा है सारा, ये दिखावा है सारा, ये मगरमच्छ दे आंसू।